ਇਹਨਾਂ ਨੇ ਭੁਲੇਖੇ 'ਚ ਪੈ ਗਏ ਜੀ ਇੱਥੇ 4 ਸਿਪਾਹੀ ਜਾਂ 200 ਜਾਂ 1000 ਨਾਲ ਤਾਂ ਮੈਨੂੰ ਫੜ ਕੇ ਲੈ ਜਾਣਗੇ। ਇਹ ਮਨ ਵਿੱਚ ਮੇਰੇ ਵੀ ਬਹੁਤ ਚਿਰ ਦਾ ਭਰਿਆ ਹੈ। ਇਹਦੀ ਚਿੰਤਾ ਨਾ ਕਰੋ ਤੁਸੀਂ, ਇਹਨਾਂ ਨੂੰ ਇੱਕ ਵਾਰ ਆਉਣ ਦਿਓ ਸਹੀ ਕਰਾਂ। ਇਸ ਪਾਸ ਨੂੰ ਢੇਰੀਆਂ ਲਾ ਕੇ ਟਰੱਕ ਭਰ ਕੇ ਤੋੜਦਾ, ਵੇਖੋ ਇਹਨਾਂ ਦੇ ਕਿਵੇਂ ਹੈ। ਸਿੱਖ ਇਤਿਹਾਸ ਦੇ ਤੀਜੇ ਘੋਰ ਭਿਆਨਕ ਘੱਲੂਘਾਰੇ ਦਾ ਅੱਜ ਚੌਥਾ ਦਿਨ ਆ ਗਿਆ। 4 ਜੂਨ 1984, ਜਿਸ ਨੇ ਸਿੱਖਾਂ ਦੇ ਸੀਨਿਆਂ ਵਿੱਚ ਇਹੋ ਜਿਹੇ ਛੇਕ ਕੀਤੇ ਜਿਹੜੇ ਕਿ ਕਈ ਸਦੀਆਂ ਰਹਿੰਦੇ ਸਮੇਂ ਤੱਕ ਵੀ ਨਹੀਂ ਭਰੇ ਜਾ ਸਕਦੇ। ਪਹਿਲੇ ਬੀਤੇ ਦਿਨ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੋਣ ਕਰਕੇ ਸੰਗਤਾਂ ਦੂਰੋਂ ਨੇੜਿਓਂ ਹਜ਼ਾਰਾਂ ਦੀ ਗਿਣਤੀ ਵਿੱਚ ਦਰਬਾਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੀ, ਜਿਹੜੀਆਂ ਕਿ ਕਰਫਿਊ ਲੱਗ ਜਾਣ ਦਾ ਕਰਕੇ ਘਰਾਂ ਨੂੰ ਵਾਪਸ ਨਹੀਂ ਜਾ ਸਕੀਆਂ ਤੇ ਉੱਥੇ ਹੀ ਰਹਿ ਗਈਆਂ। ਇਹਨਾਂ ਸੰਗਤਾਂ ਨੂੰ ਗੁਰੂ ਰਾਮਦਾਸ ਰਾਹ, ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਜਾਂ ਫਿਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿੱਥੇ ਕਿਤੇ ਜਗ੍ਹਾ ਮਿਲੀ, ਇਹਨਾਂ ਨੂੰ ਠੀਕ ਲੱਗਿਆ, ਇਹ ਸੰਗਤਾਂ ਉੱਥੇ ਸੌਂ ਗਈਆਂ। 4 ਜੂਨ ਦੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ। ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ। ਉਸ ਵੇਲੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਤਾਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ, ਉਹਨਾਂ ਦਾ ਜਥਾ। ਸੰਗਤਾਂ ਇਸ ਇਲਾਹੀ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ। ਹਜੇ ਤੜਕੇ ਦੇ 5 ਨਹੀਂ ਸੀ ਵਜੇ, 4:40 ਦਾ ਸਮਾਂ ਦੱਸਿਆ ਜਾਂਦਾ ਹੈ ਕਿ ਪਹਿਲਾ ਗੋਲਾ ਫੌਜ ਦੇ ਵੱਲੋਂ ਇਸ ਅੰਮ੍ਰਿਤ ਵੇਲੇ ਹੀ ਅਕਾਲ ਤਖਤ ਸਾਹਿਬ ਵੱਲ ਸੇਧ ਲਾ ਕੇ ਨਿਸ਼ਾਨਾ ਲਾ ਕੇ ਦਾਗਿਆ ਗਿਆ, ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਪਿੰਡਰਾਂ ਵਾਲੇ ਸੰਤਾਂ ਦਾ ਟਿਕਾਣਾ ਹੋ ਸਕਦਾ ਹੈ। ਉਹਦੇ ਤੋਂ ਬਾਅਦ ਫੌਜੀ ਮਸ਼ੀਨ ਗਨਾਂ ਨੇ ਲਗਾਤਾਰ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਥੋੜੀ ਦੇਰ ਬਾਅਦ ਦੂਜੇ ਗੋਲੇ ਨੇ ਜ਼ਬਰਦਸਤ ਧਮਾਕਾ ਕੀਤਾ। ਰਾਤ ਦੇ ਹਨੇਰੇ ਵਿੱਚ ਅੱਗੇ ਰੋਸ਼ਨੀ ਦੀ ਲੀਕ ਪਾਉਂਦੇ ਚਾਨਣੀ ਗੋਲੇ ਤੇ ਪਿੱਛੇ RCL ਦੇ ਗੋਲਿਆਂ ਨੇ ਅਸਮਾਨ ਦੇ ਅੰਦਰ ਲਾਂਬੂ ਲਾ ਦਿੱਤਾ। ਕਈ ਕਿਲੋਮੀਟਰ ਤੱਕ ਉੱਪਰ ਅਸਮਾਨ ਵੱਲ ਝਾਤ ਮਾਰੋ ਤੇ ਅਸਮਾਨ ਪੂਰਾ ਲਾਲ ਦਿਖਾਈ ਦਿੰਦਾ ਸੀ, ਜਿਵੇਂ ਉੱਪਰ ਅੱਗ ਲੱਗੀ ਹੋਵੇ। ਜਿਵੇਂ ਗੋਲਾ ਪਹਿਲਾਂ ਦਾਗਿਆ ਗਿਆ, ਸਾਰੇ ਸਿੰਘ ਇਹਦੇ ਤੋਂ ਪਹਿਲਾਂ ਅੰਮ੍ਰਿਤ ਵੇਲੇ, ਕਿਉਂਕਿ 3 ਜੂਨ ਦੀ ਰਾਤ ਨੂੰ ਗੋਲੀਬਾਰੀ ਨਹੀਂ ਸੀ ਹੋਈ, ਤਾਂ ਸਾਰੇ ਸਿੰਘ ਆਪੋ ਆਪਣਾ ਨਿਤਨੇਮ ਕਰ ਰਹੇ ਸੀ, ਗੁਰਬਾਣੀ ਪੜ੍ਹ ਰਹੇ ਸੀ। ਜਿਵੇਂ ਹੀ ਪਹਿਲਾ ਗੋਲਾ ਦਾਗਿਆ ਗਿਆ ਤਾਂ ਸਿੰਘਾਂ ਨੇ ਵੀ ਆਪੋ ਆਪਣੇ ਮੋਰਚੇ ਸੰਭਾਲੇ। ਇੱਕ ਵਾਰ ਫਿਰ ਤੋਂ ਅੱਜ ਹਿੰਦ ਤੇ ਪੰਜਾਬ ਦਾ ਇਹ ਜੰਗ ਹੋਣ ਲੱਗਾ ਸੀ, ਉਸ ਦੀ ਸ਼ੁਰੂਆਤ ਹੋ ਗਈ। ਤੋਪਾਂ ਦੇ ਗੋਲਿਆਂ ਦੇ ਨਾਲ ਕੀਤੀ ਇਸ ਸ਼ੁਰੂਆਤ ਤੋਂ ਭਾਰਤੀ ਫੌਜ ਦੀ ਨੀਅਤ ਦਾ ਪਤਾ ਲੱਗ ਚੁੱਕਾ ਸੀ ਕਿ ਉਹ ਆਪਣੇ ਹੀ ਦੇਸ਼ ਦੇ ਵਿੱਚ ਸਥਿਤ ਧਾਰਮਿਕ ਅਸਥਾਨ ਦੇ ਉੱਤੇ ਹਮਲਾ ਕਰਨ ਦੇ ਵਾਸਤੇ ਹਰ ਇੱਕ ਤਰ੍ਹਾਂ ਦਾ ਘਿਨਾਉਣਾ ਹੀਲਾ ਜਿਹੜਾ ਆ, ਘਟੀਆ ਹੀਲਾ ਆ ਜਾਂ ਹਥਿਆਰ ਆ, ਉਹ ਸਾਰੀ ਸ਼ਕਤੀ ਜਿਹੜੀ ਹੈ ਉਸ ਨੂੰ ਵਰਤ ਸਕਦੀ ਹੈ। ਸਰਦਾਰ ਨਾਰਾਇਣ ਸਿੰਘ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਜਿਹੜੇ ਦੁਸ਼ਮਣ ਮੁਲਕ ਹੁੰਦੇ ਆ ਉਹਨਾਂ ਦੇ ਵਾਸਤੇ ਤਗੜੀ ਫੌਜ ਜਿਹੜੀ ਵਰਤੀ ਜਾਂਦੀ, ਉਹਦੇ ਨਾਲੋਂ ਵੀ ਜ਼ਿਆਦਾ ਫੌਜੀ ਤਾਕਤ ਇਸ ਹਮਲੇ ਦੇ ਵਿੱਚ ਵਰਤੀ ਗਈ ਸੀ, ਜਿਹੜੀ ਕਿ ਖੁੱਲੇ ਮੈਦਾਨ ਦੇ ਵਿੱਚ ਵਰਤੀ ਜਾਂਦੀ ਹੈ। ਉਹ ਇਸ ਸਿੱਖਾਂ ਦੇ ਕੇਂਦਰੀ ਅਸਥਾਨ ਦੇ ਉੱਤੇ ਹਮਲਾ ਕਰਨ ਵਾਸਤੇ ਵਰਤੀ, ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਸੀ। ਕਾਨੂੰਨ ਦੇ ਰਾਖਿਆਂ ਨੇ ਆਪ ਹੀ ਅੰਤਰਰਾਸ਼ਟਰੀ ਕਾਨੂੰਨ ਇਸ ਹਮਲੇ ਦੇ ਵਿੱਚ ਤੋੜ ਦਿੱਤੇ। ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ, ਇੱਕ ਅਜਿਹੀ ਜ਼ਹਿਰੀਲੀ ਗੈਸ ਛੱਡੀ ਜਿਹਦੇ ਨਾਲ ਜਿਹੜਾ ਜਿੱਥੇ ਸੀ ਉੱਥੇ ਹੀ ਉਸ ਦੇ ਜਿਹੜੇ ਅੰਗ ਆ ਉਹ ਇੱਕ ਤਰ੍ਹਾਂ ਨਾਲ ਆਕੜ ਗਏ, ਉਹ ਉੱਥੇ ਹੀ ਰਹਿ ਗਏ। ਅਗਲੇ ਦਿਨ ਉਹਨਾਂ ਫੌਜੀਆਂ ਦੇ ਵੱਲੋਂ ਆ ਕੇ ਉਹਨਾਂ ਨੂੰ ਫੜ ਲਿਆ ਜਾਂਦਾ। ਇਹ ਬੜੀ ਹੀ ਭਿਆਨਕ ਤੇ ਜ਼ਹਿਰੀਲੀ ਗੈਸ ਜਿਹੜੀ ਫੌਜੀਆਂ ਦੇ ਵੱਲੋਂ ਛੱਡੀ ਗਈ ਸੀ। 72 ਘੰਟਿਆਂ ਤੱਕ ਲਗਾਤਾਰ ਤੋਪਾਂ, ਗੋਲੀਆਂ ਦੇ ਨਾਲ ਇਹ ਗੋਲਾਬਾਰੀ ਹੁੰਦੀ ਰਹੀ। ਦੋਹਾਂ ਪਾਸਿਓਂ ਗੋਲੀਬਾਰੀ ਕੀਤੀ ਜਾ ਰਹੀ ਸੀ ਅਤੇ ਬਜ਼ੁਰਗ, ਬਿਮਾਰ ਲੋਕ, ਦੁੱਧ ਚੁੰਗਦੇ ਬੱਚੇ, ਬੀਬੀਆਂ ਅਤੇ ਹਜ਼ਾਰਾਂ ਹੀ ਸਿੰਘਾਂ ਨੂੰ ਭੁੱਖੇ ਧਿਆਏ ਮਾਰਿਆ ਗਿਆ ਇਹਨਾਂ ਦੇਸ਼ ਦੇ ਰਾਖਿਆਂ ਦੇ ਵੱਲੋਂ। ਇੰਦਰਾ ਦੇ ਇਸ ਜ਼ੁਲਮ ਦੇ ਅੱਗੇ ਉਸ ਵੇਲੇ ਮੀਰ ਮਨੂ ਦਾ ਜ਼ੁਲਮ ਵੀ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਬਹੁਤ ਸਾਰੀਆਂ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਇੱਕ ਕਮਰੇ ਦੇ ਵਿੱਚ ਨੂੜ ਕੇ ਬੰਨ੍ਹ ਦਿੱਤਾ ਗਿਆ, ਜਿੱਥੇ ਕਿ ਭੁੱਖੇ ਤਿਹਾਇਆਂ ਦਾ ਸਾਹ ਘੁੱਟ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। 12:30 ਵਜੇ ਦੇ ਕਰੀਬ ਫੌਜਾਂ ਦੇ ਵੱਲੋਂ ਇੱਕ ਗੋਲਾ ਦਰਬਾਰ ਸਾਹਿਬ ਦੇ ਲਾਗੇ ਜਿਹੜੀ ਪਾਣੀ ਦੀ ਵੱਡੀ ਟੈਂਕੀ ਸੀ ਉਹਦੇ ਵਿੱਚ ਮਾਰਿਆ ਗਿਆ ਤੇ ਇੱਕ ਵੱਡਾ ਸਾਰਾ ਮਗੋਰਾ ਹੋ ਗਿਆ। ਪਾਣੀ ਸਾਰਾ ਨਿਕਲ ਹੀ ਜਾਣਾ ਸੀ। ਉਸ ਟੈਂਕੀ ਦੇ ਉੱਤੇ ਵੀ ਸਿੰਘਾਂ ਨੇ ਆਪਣਾ ਮੋਰਚਾ ਬਣਾਇਆ ਹੋਇਆ ਸੀ। ਜਿਵੇਂ ਹੀ ਉੱਥੇ ਹਮਲੇ ਕੀਤੇ ਗਏ ਇੱਕ ਤੋਂ ਬਾਅਦ ਕਈ ਭਾਰਤੀ ਫੌਜ ਦੇ ਵੱਲੋਂ, ਤੋਂ ਜਿਹੜੇ ਸਿੰਘ ਉੱਥੇ ਮੋਰਚਿਆਂ ਦੇ ਉੱਤੇ ਡਟੇ ਹੋਏ ਸੀ ਉਹਨਾਂ ਦੇ ਸਰੀਰ ਦੇ ਚਿਥੜੇ ਜਿਹੜੇ ਸੀ, ਟੁਕੜੇ ਉਹ ਹਵਾ ਦੇ ਵਿੱਚ ਉੱਡ ਗਏ।
ਪਾਣੀ ਦੀ ਟੈਂਕੀ ਜਦੋਂ ਟੁੱਟ ਗਈ ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜਾ ਪਾਣੀ ਆਉਂਦਾ ਸੀ ਉਹ ਵੀ ਬੰਦ ਹੋ ਗਿਆ। ਇਸ ਵੇਲੇ ਤੋਂ ਬਾਅਦ ਅੰਦਰ ਸੰਗਤਾਂ ਨੂੰ ਪਾਣੀ ਬਿਲਕੁਲ ਨਹੀਂ ਨਸੀਬ ਹੋਇਆ। ਇੱਥੇ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਗਿਆਨੀ ਜੋਗਿੰਦਰ ਸਿੰਘ ਦੇ ਮੁਤਾਬਕ 4 ਜੂਨ ਵਾਲੇ ਦਿਨ ਹਰਮੰਦਰ ਸਾਹਿਬ ਦੇ ਅੰਦਰ ਕੋਈ ਵੀ ਗੋਲੀ ਦਾਖਲ ਨਹੀਂ ਸੀ ਹੋਈ ਤੇ ਅੰਦਰੋਂ ਉੱਥੇ ਜ਼ਿਆਦਾ ਸੰਗਤ ਨਹੀਂ ਸੀ। ਜਿਹੜੇ ਪਾਠੀ ਸਿੰਘ ਸੀ, ਕੁਝ ਹੋਰ ਸੇਵਾਦਾਰ ਸੀਗੇ ਤੇ ਕੁਝ ਕੁ ਸੰਗਤ ਸੀ 10-12 ਦੇ ਕਰੀਬ, ਉਹਨਾਂ ਨੇ ਅੰਦਰੋਂ ਦਰਵਾਜ਼ੇ ਬੂਹੇ ਬਾਰੀਆਂ ਬੰਦ ਕਰ ਲਏ ਆਪਣੇ ਬਚਾਅ ਦੇ ਵਾਸਤੇ, ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਵੇਲੇ ਕੋਈ ਵੀ ਸੁਰੱਖਿਅਤ ਜਗ੍ਹਾ ਨਹੀਂ ਸੀ। ਉਹ ਇਹ ਵੀ ਦੱਸਦੇ ਨੇ ਕਿ ਉਸ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ ਗਿਆ ਹੋਇਆ ਸੀ ਉਸ ਦਾ ਸੁਖ ਆਸਨ ਅਕਾਲ ਤਖਤ ਸਾਹਿਬ ਦੇ ਵਿੱਚ ਕੀਤਾ ਜਾਂਦਾ ਹੈ ਹਮੇਸ਼ਾ, ਪਰ 4 ਜੂਨ ਦੀ ਰਾਤ ਨੂੰ ਅਕਾਲ ਤਖਤ ਸਾਹਿਬ ਵਿਖੇ ਸੁਖ ਆਸਨ ਨਹੀਂ ਕੀਤਾ ਗਿਆ। ਉੱਥੇ ਹਰਮੰਦਰ ਸਾਹਿਬ ਦੀ ਹੀ ਉੱਪਰਲੀ ਮੰਜ਼ਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਕਰ ਦਿੱਤਾ ਗਿਆ ਸੀ। ਇਹ ਗੋਲਾਬਾਰੀ ਦੋਹਾਂ ਪਾਸਿਆਂ ਤੋਂ ਹੋ ਰਹੀ ਸੀ। ਫੌਜ ਦੇ ਕੋਲ ਅਤੀ ਆਧੁਨਿਕ ਭਾਰੀ ਹਥਿਆਰ ਜਿਹੜੇ ਸੀ, ਮਸ਼ੀਨ ਗਨਾਂ, ਬਖਤਰਬੰਦ ਗੱਡੀਆਂ, ਟੈਂਕ, ਸਾਰਾ ਕੁਝ ਉਹਨਾਂ ਦੇ ਕੋਲ ਉਸ ਵੇਲੇ ਸੀ। ਪਰ ਜਿਹੜੇ ਸਿੰਘ ਸੀ ਉਹਨਾਂ ਦੇ ਕੋਲ ਹਲਕੇ ਹਥਿਆਰ ਸੀ। ਮੁਕਾਬਲਾ ਉਹਨਾਂ ਦੇ ਵੱਲੋਂ ਪੂਰਾ ਕੀਤਾ ਜਾ ਰਿਹਾ ਸੀ, ਭਾਵੇਂ ਕਿ ਬਾਹਰੋਂ ਜ਼ਬਰਦਸਤ ਲਗਾਤਾਰ ਗੋਲੀ ਆ ਰਹੀ ਸੀ। ਸਿੰਘਾਂ ਨੂੰ ਇਹ ਹਦਾਇਤ ਸੀ ਕਿ ਜਿੰਨਾ ਵੀ ਉਹਨਾਂ ਦੇ ਕੋਲ ਹਥਿਆਰ ਆ ਉਹ ਸੰਕੋਚ ਕੇ ਵਰਤਣਾ ਹੈ, ਅਜਾਈਂ ਬਿਲਕੁਲ ਨਹੀਂ ਗਵਾਉਣਾ। ਤੇ ਸਿੰਘਾਂ ਦੇ ਵੱਲੋਂ ਵੀ ਫੌਜਾਂ ਦੇ ਕੱਲੇ ਮੋਰਚੇ ਨੂੰ ਮਿੱਥ ਕੇ ਨਿਸ਼ਾਨਾ ਲਾਇਆ ਜਾਂਦਾ ਤੇ ਉਹਨਾਂ ਨੂੰ ਉਡਾ ਦਿੱਤਾ ਜਾਂਦਾ। ਇਹ ਗੋਲਾਬਾਰੀ 4 ਜੂਨ ਸਾਰਾ ਦਿਨ ਰੁਕ ਕੇ ਹੁੰਦੀ ਰਹੀ ਦੋਹਾਂ ਪਾਸਿਆਂ ਤੋਂ। ਰਾਤ 10:30 ਵਜੇ ਦੇ ਕਰੀਬ ਜਾ ਕੇ ਬੰਦ ਹੋਈ। ਇੱਥੇ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਕਿ ਸਿੰਘਾਂ ਦੇ ਕੋਲ ਜਿਹੜੇ ਅੰਦਰ ਮੋਰਚਿਆਂ ਦੇ ਉੱਤੇ ਬੈਠੇ ਸੀ ਉਹਨਾਂ ਦੇ ਕੋਲ ਇੱਕ ਖਾਸ ਪ੍ਰਕਾਰ ਦਾ ਸਾਧਨ ਵੀ ਸੀ, ਜਿਹਦੇ ਜ਼ਰੀਏ ਉਹਨਾਂ ਨੂੰ ਬਾਹਰ ਫੌਜ ਦੇ ਵੱਲੋਂ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦਾ ਪਤਾ ਲੱਗਦਾ ਸੀ। ਜੀ ਹਾਂ, ਸਰਦਾਰ ਮੋਹਨ ਸਿੰਘ ਦਾਸੂਵਾਲ ਦੇ ਮੁਤਾਬਕ ਬੱਬਰ ਸਿੰਘ ਜਿਹੜੇ ਸੀਗੇ, ਬੱਬਰ ਖਾਲਸਾ ਵਾਲੇ ਸਿੰਘ, ਉਹਨਾਂ ਦੇ ਕੋਲ ਵਾਇਰਲੈਸ ਸੈੱਟ ਸੀ, ਜਿਹੜਾ ਕਿ ਕਿਤੇ ਪਹਿਲਾਂ CRPF ਦਾ ਹੀ ਉਹਨਾਂ ਨੂੰ ਮਿਲ ਗਿਆ ਸੀ। ਸੰਤਾਂ ਦੇ ਕਹਿਣ ਤੇ ਵੀ ਉਹਨਾਂ ਨੇ ਉਹ CRPF ਨੂੰ ਜਾਂ ਸਰਕਾਰੀ ਮਾਲ ਸੀਗਾ ਉਹ ਵਾਪਸ ਨਹੀਂ ਕੀਤਾ, ਪਰ ਇਸ ਲੜਾਈ ਦੇ ਵਿੱਚ ਉਹ ਕਿਤੇ ਨਾ ਕਿਤੇ ਕੰਮ ਜ਼ਰੂਰ ਆਇਆ। ਉਸ ਵਾਇਰਲੈਸ ਸੈੱਟ ਨੂੰ ਬੱਬਰ ਸਿੰਘਾਂ ਦੇ ਵੱਲੋਂ ਘੰਟੇ ਕੁ ਦੀ ਜਦੋਜਹਿਦ ਤੋਂ ਬਾਅਦ ਚਲਾਇਆ ਗਿਆ, ਫ੍ਰੀਕੁਐਂਸੀ ਮਿਲਾਈ ਗਈ ਤੇ ਭਾਰਤੀ ਫੌਜਾਂ ਜਿਹੜੀਆਂ ਸੀ ਉਹਨਾਂ ਦੇ ਵੱਲੋਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾਂਦੀ ਸੀ ਵਾਇਰਲੈਸ ਸੈੱਟ ਦੇ ਜ਼ਰੀਏ, ਉਹ ਸਾਰੀ ਇਹਨਾਂ ਸਿੰਘਾਂ ਨੂੰ ਸੁਣਾਈ ਦੇਣ ਲੱਗੀ, ਜਿਹਦੇ ਤੋਂ ਇਹਨਾਂ ਨੂੰ ਕਾਫੀ ਜ਼ਿਆਦਾ ਮਦਦ ਜਿਹੜੀ ਹੈ ਉਹ ਜ਼ਰੂਰ ਮਿਲੀ ਸੀ। ਇਹਦੇ ਤੋਂ ਬਿਨਾਂ ਸਿੰਘਾਂ ਦੇ ਕੋਲ ਇੱਕ ਦੂਰਬੀਨ ਸੀ, ਜਿਹਦੇ ਜ਼ਰੀਏ ਉਹ ਦੂਰ ਫੌਜਾਂ ਦੇ ਮੋਰਚੇ ਜਿਹੜੇ ਆ ਉਹਨਾਂ ਦੀ ਨਿਗਰਾਨੀ ਜ਼ਰੂਰ ਰੱਖ ਰਹੇ ਸੀ, ਉਹਨਾਂ ਬਾਰੇ ਉਹਨਾਂ ਨੂੰ ਪਤਾ ਲੱਗਦਾ ਸੀ। ਲਗਾਤਾਰ ਇਸ ਜੰਗ ਦੇ ਵਿੱਚ ਸਭ ਤੋਂ ਬੁਰਾ ਹਾਲ ਕਿਤੇ ਨਾ ਕਿਤੇ ਅੰਦਰ ਜਿਹੜੀਆਂ ਨਿਹੱਥੀਆਂ ਸੰਗਤਾਂ ਸੀ ਉਹਨਾਂ ਦਾ ਹੋ ਰਿਹਾ ਸੀ। ਛੋਟੇ ਬੱਚੇ, ਬਜ਼ੁਰਗ, ਬਿਮਾਰ ਲੋਕ ਤੇ ਸੰਗਤਾਂ, ਬੀਬੀਆਂ ਭੁੱਖਣ ਭਾਣੇ ਤਿਹਾਏ ਉਹ ਅੰਦਰ ਹੀ ਫਸੇ ਹੋਏ ਸੀ। ਸਿੰਘਾਂ ਦੇ ਵੱਲੋਂ ਉਹਨਾਂ ਦੀ ਹਾਲਤ ਜਦੋਂ ਨਾ ਦੇਖੀ ਗਈ ਤਾਂ ਉਹਨਾਂ ਨੇ SGPC ਦੇ ਸਟੋਰ ਦੇ ਤਾਲੇ ਤੋੜ ਕੇ ਅੰਦਰੋਂ ਸੁੱਕਾ ਰਸਦ, ਸੁੱਕਾ ਦੁੱਧ ਜਿਹੜਾ ਸੀ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਸਮਾਨ ਖਾਣ ਪੀਣ ਦਾ ਲਿਆਂਦਾ, ਜਿੰਨਾ ਕੁ ਹੋ ਸਕਿਆ ਉੱਥੇ ਲੰਗਰ ਜਿਹੜਾ ਵਰਤਾਇਆ ਗਿਆ। ਉਹਦੇ ਤੋਂ ਬਿਨਾਂ ਲੋੜੀਂਦਾ ਇਲਾਜ ਸਿੰਘਾਂ ਦੇ ਵੱਲੋਂ ਆਪਸ ਦੇ ਵਿੱਚ ਹੀ ਕੀਤਾ ਜਾ ਰਿਹਾ ਸੀ। ਦਵਾਈਆਂ ਜਿਹੜੀਆਂ ਬਿਮਾਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੀ। ਦੂਜੇ ਪਾਸੇ ਭਾਰਤੀ ਫੌਜ ਦੇ ਵੱਡੇ ਜਰਨੈਲ ਬੌਂਦਲੇ ਫਿਰਦੇ ਸੀ, ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਨਾ ਕਿ ਅੱਧਾ ਘੰਟਾ 2 ਘੰਟੇ ਦੇ ਵਿੱਚ ਇਹਨਾਂ ਦਾ ਜਿਹੜਾ ਆਗੂ ਆ, ਭਿੰਡਰਾਂ ਵਾਲਾ ਸਾਧ ਆ, ਉਹ ਆਪਣੇ ਗੋਡੇ ਟੇਕ ਦੇਵੇਗਾ। ਪਰ 1 ਜੂਨ ਤੋਂ ਲੈ ਕੇ 2 ਜੂਨ, 3 ਜੂਨ, 4 ਜੂਨ ਦੀ ਵੀ ਰਾਤ ਪੈ ਗਈ ਸੀ। ਹਜੇ ਤੱਕ ਭਾਰਤੀ ਫੌਜ ਜਿਹੜੀ ਉਸ ਦਾ ਭਾਰੀ ਨੁਕਸਾਨ ਹੋਇਆ। ਜ਼ਰੂਰ ਕੁਝ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ, ਪਰ ਕੋਈ ਸਿੰਘ ਉਹਨਾਂ ਦੇ ਅੱਗੇ ਨਹੀਂ ਆਇਆ, ਕਿਸੇ ਨੇ ਗੋਡੇ ਨਹੀਂ ਟੇਕੇ, ਹੱਥ ਖੜੇ ਨਹੀਂ ਕੀਤੇ। ਇਸ ਤੋਂ ਬਾਅਦ ਫੌਜ ਨੇ ਹੁਣ ਆਪਣੀ ਨਵੀਂ ਰਣਨੀਤੀ ਉਲੀਕਣੀ ਚਾਹੀ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਦਾਖਲ ਹੋਣਾ ਸੀ, ਪਰ ਸਿੰਘਾਂ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਬਿਲਕੁਲ ਦਾਖਲ ਨਹੀਂ ਹੋਣ ਦਿੱਤਾ। ਜਿਹੜਾ ਫੌਜੀ ਆਉਂਦਾ ਸੀ, ਜਿਹੜੇ ਆਉਂਦੇ ਸੀ, ਉਹਨਾਂ ਨੂੰ ਗੋਲੀਆਂ ਦੇ ਨਾਲ ਉਡਾ ਦਿੱਤਾ ਜਾਂਦਾ। ਇਸੇ ਰਾਤ ਨੂੰ, ਅੱਧੀ ਰਾਤ ਨੂੰ, ਜਿਹੜੇ ਹਵਾਈ ਜਹਾਜ਼ ਸੀਗੇ, ਹੈਲੀਕਾਪਟਰ ਸੀਗੇ ਫੌਜ ਦੇ, ਉਹ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਉਡਾਏ ਗਏ। ਕਾਫੀ ਉਹਨਾਂ ਨੇ ਗੇੜੇ ਲਾਏ ਦੇਖਣ ਚਾਖਣ ਵਾਸਤੇ, ਤੇ ਉੱਪਰੋਂ ਕਮਾਂਡੋਜ਼ ਨੇ ਵੀ ਥੱਲੇ ਅਕਾਲ ਤਖਤ ਸਾਹਿਬ ਦੇ ਉੱਤੇ ਉਤਰਨਾ ਚਾਹਿਆ, ਤਾਂ ਸਿੰਘਾਂ ਨੇ ਆਪਣੀਆਂ ਗੋਲੀਆਂ ਦੇ ਨਾਲ ਉਹਨਾਂ ਨੂੰ ਉਡਾ ਦਿੱਤਾ। ਭਾਈ ਅਮਰੀਕ ਸਿੰਘ ਖੁਦ ਉਹਨਾਂ ਨੇ ਗੋਲੀਆਂ ਚਲਾਈਆਂ ਸੀ। ਉਹਨਾਂ ਨੇ ਇਸ ਮੋਰਚੇ ਨੂੰ ਸੰਭਾਲਿਆ ਸੀ ਕਿ ਹੈਲੀਕਾਪਟਰ ਦੇ ਵਿੱਚੋਂ ਕੋਈ ਵੀ ਕਮਾਂਡੋ, ਕੋਈ ਵੀ ਜਵਾਨ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਨਾ ਉਤਰੇ, ਸਿੰਘਾਂ ਦੇ ਮੋਰਚਿਆਂ ਨੂੰ ਉੱਪਰੋਂ ਕੋਈ ਵੀ ਨੁਕਸਾਨ ਜਿਹੜਾ ਹੈ ਉਹ ਨਾ ਹੋਵੇ। ਕਿਉਂਕਿ ਅੰਦਰ ਜਿਹੜੇ ਸਿੰਘ ਸੀ ਉਹ ਧਰਮ ਦੀ ਖਾਤਰ
ਬਿਨਾਂ ਤਨਖਾਹਾਂ ਤੋਂ ਲੜਨ ਵਾਲੇ ਸਿਰਲਾਥੀ ਯੋਧੇ ਸੀ ਤੇ ਜਿਹੜੇ ਬਾਹਰ ਭਾਰਤੀ ਫੌਜਾਂ ਦੇ ਕੋਲ ਸੀ ਲੜਨ ਵਾਲੇ, ਉਹ ਲਾਲਚ ਵਸ ਤੇ ਤਨਖਾਹਾਂ ਲੈ ਕੇ ਲੜਾਈ ਕਰਦੇ ਸੀ। ਅੰਦਰ ਸਿੰਘ ਸੀ, ਉਹ ਕੌਮ ਦੀ ਸੇਵਾ ਖਾਤਰ ਲੜ ਰਹੇ ਸੀ। ਸੋ ਸਾਰਾ ਦਿਨ ਇਹ ਜਦੋਜਹਿਦ ਹੁੰਦੀ ਰਹੀ, ਇਹ ਜੰਗ ਹੁੰਦੀ ਰਹੀ, ਦੋਹਾਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ, ਪਰ ਭਾਰਤੀ ਫੌਜ ਸਫਲ ਨਾ ਹੋ ਸਕੀ। ਇਸ ਤੋਂ ਬਾਅਦ ਜਦੋਂ ਰਾਤ ਨੂੰ ਗੋਲੀਬਾਰੀ ਰੁਕੀ ਤਾਂ ਸੰਤ ਪਿੰਡਰਾਂ ਵਾਲਿਆਂ ਦੇ ਵੱਲੋਂ ਕਾਹਲੀ ਦੇ ਨਾਲ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਉਹ ਸੱਦੀ ਗਈ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਘਿਨਾਉਣੇ ਕੰਮ ਦੇ ਉੱਤੇ ਉਤਰ ਆਈ ਹੈ, ਹਮਲਾ ਕਰ ਦਿੱਤਾ ਹੈ ਤੇ ਕਦੇ ਵੀ ਦਰਬਾਰ ਸਾਹਿਬ ਦੇ ਅੰਦਰ ਉਹ ਦਾਖਲ ਹੋ ਸਕਦੀ ਹੈ। ਉਹਦੇ ਵੱਲੋਂ ਹਰ ਤਰੀਕੇ ਦੇ ਨਾਲ ਹਮਲਾ ਵੱਡੇ ਪੱਧਰ ਦੇ ਉੱਤੇ ਕੀਤਾ ਜਾਵੇਗਾ ਤੇ ਆਪਾਂ ਇੱਥੇ ਭੋਲੀਆਂ ਭਾਲੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਦੀਆਂ ਜਾਨਾਂ ਨੂੰ ਨਹੀਂ ਗਵਾਉਣਾ, ਉਹਨਾਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇ। ਤਾਂ ਜਨਰਲ ਸੁਬੇਗ ਸਿੰਘ ਨੇ ਇਹ ਕਿਹਾ ਸੀ ਕਿ ਅਕਾਲੀ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੰਗਤਾਂ ਨੂੰ ਇੱਥੋਂ ਬਾਹਰ ਕੱਢ ਦਿੰਦੇ ਹਾਂ। ਅਜਿਹਾ ਹੀ ਕੀਤਾ ਗਿਆ ਕਿਉਂਕਿ ਅਕਾਲੀ ਲੀਡਰਾਂ ਦੇ ਉੱਤੇ ਕਿਸੇ ਨੂੰ ਵਿਸ਼ਵਾਸ ਨਹੀਂ ਸੀ, ਕਿਉਂਕਿ ਕੁਝ ਕੁ ਅਖੌਤੀ ਲੀਡਰ ਜਿਹੜੇ ਸੀ ਅਕਾਲੀ, ਉਹ ਬਾਹਰ ਜਾ ਕੇ ਉਹਨਾਂ ਨੂੰ ਅੰਦਰ ਦੀ ਸਥਿਤੀ ਦਾ ਪੂਰਾ ਭੇਤ ਸੀ ਤੇ ਉਹ ਬਾਹਰ ਜਾ ਕੇ ਭਾਰਤੀ ਫੌਜ ਦੇ ਨਾਲ ਮਿਲ ਕੇ ਇਸ ਭੇਤ ਨੂੰ ਖੋਲ੍ਹ ਸਕਦੇ ਸੀ। ਇਸੇ ਤਰ੍ਹਾਂ ਕੀਤਾ ਗਿਆ। ਤਕਰੀਬਨ 2000 ਸੰਗਤ ਨੂੰ ਹੱਥ ਖੜੇ ਤਾਂ ਨੂੰ ਕਰਕੇ ਉਥੋਂ ਬਾਹਰ ਕੱਢ ਦਿੱਤਾ ਗਿਆ। ਉਧਰ ਦਰਬਾਰ ਸਾਹਿਬ ਦੇ ਅੰਦਰ 4 ਜੂਨ ਅਤੇ 5 ਜੂਨ ਨੂੰ ਕੀਰਤਨ ਅਤੇ ਪਾਠ ਮਰਿਆਦਾ ਸਹਿਤ ਹੁੰਦਾ ਰਿਹਾ। ਕੀਰਤਨੀਏ ਰਾਗੀ ਸਿੰਘ ਤੇ ਪਾਠੀ ਸਿੰਘ ਆਪੋ ਆਪਣੀਆਂ ਡਿਊਟੀਆਂ ਮਰਿਆਦਾ ਦੇ ਨਾਲ ਨਿਭਾਉਂਦੇ ਰਹੇ। ਮਰਿਆਦਾ ਜਿਹੜੀ ਹੈ ਉਹ ਭੰਗ ਨਹੀਂ ਸੀ ਹੋਈ। ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਹੁੰਦਾ ਰਿਹਾ, ਸੁਖਾਸਨ ਹੁੰਦਾ ਰਿਹਾ। 4 ਜੂਨ ਨੂੰ ਸਾਰਾ ਦਿਨ ਗੋਲੀਬਾਰੀ ਹੁੰਦੀ ਰਹੀ ਸੀ, ਪਰ ਜਦੋਂ ਕਿਤੇ ਵਿੱਚ ਗੋਲੀਬਾਰੀ ਬੰਦ ਹੁੰਦੀ ਤਾਂ ਉਸ ਵੇਲੇ ਸੰਗਤਾਂ ਦੇ ਕੰਨੀ ਇੱਕ ਸ਼ਬਦ ਰਸ ਭਿੰਨਾ ਪੈ ਰਿਹਾ ਸੀ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੇ ਖੇਤ। ਇਹ ਸ਼ਬਦ ਉਸ ਵੇਲੇ 4 ਜੂਨ ਨੂੰ ਜਿਹੜਾ ਕਿ ਦਰਬਾਰ ਸਾਹਿਬ ਦੇ ਅੰਦਰ ਚੱਲ ਰਿਹਾ ਸੀ। ਇਹ ਸੀ ਅੱਜ 4 ਜੂਨ 1984 ਦਾ ਇਤਿਹਾਸ। ਸਾਰਾ ਦਿਨ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ। ਨਿਹੱਥੀਆਂ ਸੰਗਤਾਂ ਜਿਹੜੀਆਂ ਸੀ ਉਹ ਬਹੁਤ ਸਾਰੀਆਂ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਸ਼ਹੀਦ ਵੀ ਹੋਈਆਂ। ਇਹਦੇ ਤੋਂ ਬਾਅਦ ਕੱਲ ਨੂੰ 5 ਜੂਨ 1984 ਦੇ ਇਤਿਹਾਸ ਵੱਲ ਝਾਤ ਮਾਰਾਂਗੇ। ਇਸ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ, ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।